ਇੰਨਾ ਕਿ ਜੋ ਸਟਰਕਚਰ ਹੈ, ਇਹ ਸਟਰਕਚਰ ਜੇਕਰ ਤੁਸੀਂ 10 ਕਿੱਲੇ 20 ਕਿੱਲੇ ਦੇ ਵਿੱਚ ਖੇਤੀਬਾੜੀ ਕਰਦੇ ਹੋ ਤਾਂ ਤੁਹਾਨੂੰ ਇਹ ਦੱਸਣ ਲਈ ਕਾਫੀ ਹੈ ਕਿ ਤੁਸੀਂ ਅੱਜ ਫਸਲ ਬੀਜਣੀ ਹੈ ਕਿ ਨਹੀਂ ਬੀਜਣੀ, फसल वड्डण जाना कि नहीं वड्डण जाना। इसमें वेदर की इंफॉर्मेशन है, साथ में क्लाइमेट की इंफॉर्मेशन भी है। बहुत स्पेशल सेंसर लगा हुआ है जो IMD सर्टिफाइड है। IMD कहता है कि ये सेंसर 99% एक्यूरेट है, इससे ज़्यादा एक्यूरेट सेंसर इंडिया में नहीं है। ह्यूमिडिटी, लाइट इंटेंसिटी, एटमॉस्फेरिक प्रेशर, विंड वेलोसिटी, रेनफॉल कितना हुआ है, ये इंफॉर्मेशन एग्रीकल्चर के लिए बहुत इंपॉर्टेंट है। अभी रेनफॉल आर्ली 0 mm है, रेनफॉल डेली 0 mm, मतलब आज बारिश नहीं होने वाली है। नहीं, मतलब पक्के तौर पे आप किसी को कमिट कर सकते हैं। पक्के तौर पे कर सकते हैं। 40 साल का IMD डेटा हम लोग एनालाइज करके इसमें फिट करते हैं। अच्छा, और ये गलत नहीं हो सकता। क्रॉप मॉनिटरिंग जो ਆਪਾਂ ਕਰਦੇ ਹਾਂ ਉਹਦੇ ਚ ਇਮੇਜ ਡਿਟੈਕਟ ਹੁੰਦੀ ਹੈ ਕਿ ਕਿਹੜੀ ਕ੍ਰੌਪ ਆਈਡੈਂਟੀਫਾਈ ਹੋ ਪਾ ਰਹੀ ਹੈ। ਉਹਦੇ ਨਾਲ ਕਿਸਾਨ ਆ ਚੀਜ਼ ਇਨਸ਼ੋਰ ਕਰ ਸਕਦੇ ਨੇ ਕਿ ਅਸੀਂ ਆਹ ਕ੍ਰੌਪ ਆਪਣੇ ਏਰੀਆ ਚ ਲਾ ਰਹੇ ਸੀਗੇ ਤੇ ਉਹ ਕ੍ਰੌਪ ਸਾਡੇ ਅਸੀਂ ਡੈਮੇਜ ਹੋਈ ਹੈ, ਉਹਦੇ ਡੈਮੇਜ ਅਸੈਸਮੈਂਟ ਦਾ ਵੀ ਆਏਗਾ ਤੇ ਉਹਦੇ ਨਾਲ ਉਹਨਾਂ ਨੂੰ ਇੰਸ਼ੋਰੈਂਸ ਲੈਣ ਵਾਸਤੇ ਕਲੇਮ ਕਰਨ ਵਾਸਤੇ ਵੀ ਬਹੁਤ ਈਜ਼ੀ ਹੋਏਗਾ। आप देखना चाहते हैं कि आपका फसल सही से ग्रो हो रहा है, आपका क्रॉप सही से ग्रो हो रहा है, कैसे उसके लीव्स ग्रो हो रहे हैं और अदर पार्ट्स ग्रो हो रहे हैं, तो यहाँ आप वर्चुअल रियलिटी में 3D विजन में देख सकते हैं। और मान लीजिए कोई क्रॉप जिसका 3 महीने का टेन्योर है, जो 3 महीने में पक जाता है, उसको आप कम टाइम में यहाँ वर्चुअल रियलिटी एनवायरनमेंट में देख सकते हो। 3 मिनट्स में ही आप देख सकते हो कि आपका एक क्रॉप जो है कैसे तैयार होता है। AI ਐਂਡ ਟੈਕਨੋਲੋਜੀ ਨੂੰ ਜੋੜ ਕੇ ਉਹ 5 ਕਿੱਲੇ ਦਾ 25 ਕਿੱਲੇ ਦੇ ਬਰਾਬਰ ਵੀ ਈਲਡ ਲੈ ਸਕਦਾ ਹੈ। AI यूज करके वो अपनी पैदावार बढ़ा सकता है, वो अपने खेत ਨੂੰ पैदावार के साथ मतलब खर्चा भी कम कर सकता है। जो हमारे खेती से जो हमारे यूथ जा रहे थे उनको AI से जोड़कर हम उसको एग्रीकल्चर और फार्मिंग सेक्टर में ला सकते हैं। जो हम पहले बोलते थे हरित क्रांति आई थी, अब ये हरित क्रांति जो आएगी वो AI क्रांति के साथ आएगी। तो ये पंजाब के लिए अपॉर्चुनिटी है। ਤੁਸੀਂ ਦੇਖ ਰਹੇ ਹੋ PTC ਨਿਊਜ਼, ਮੈਂ ਹਾਂ ਦਲੀਪ ਸਿੰਘ ਤੇ PTC ਨਿਊਜ਼ ਪਹੁੰਚ ਚੁੱਕਾ ਹੈ ਇਸ ਸਮੇਂ AI ਇੰਪੈਕਟ ਸਮਿਟ ਨਿਊ ਦਿੱਲੀ ਦੇ ਵਿੱਚ, ਜਿੱਥੇ ਭਾਰਤ ਮੰਡਪਮ ਦੇ ਵਿੱਚ ਬਹੁਤ ਸਾਰੇ ਐਗਜ਼ੀਬਿਸ਼ਨਸ ਅਜਿਹੇ ਲੱਗੇ ਨੇ ਜੋ ਕਿ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਨੇ, ਉਹ ਵੀ AI ਦੀ ਮਦਦ ਦੇ ਨਾਲ। ਬਹੁਤ ਸਭ ਇੱਥੇ ਕਵਰ ਕਰਨ ਦੇ ਲਈ ਹੈ, ਬਹੁਤ ਕੁਝ ਦੇਖਣ ਲਈ ਹੈ, ਬਹੁਤ ਕੁਝ ਦਿਖਾਉਣ ਦੇ ਲਈ ਹੈ, ਪਰ ਸਾਡੀ ਨਜ਼ਰ ਪਈ ਹੈ ਇੱਥੇ ਮਿਨਿਸਟਰੀ ਆਫ ਐਜੂਕੇਸ਼ਨ ਦੇ ਇੱਕ ਅਜਿਹੇ ਸਟਾਲ ਤੇ ਜਿੱਥੇ IIT ਰੋਪੜ, ਜੋ ਕਿ ਭਾਰਤ ਦੇ ਵਿੱਚ ਐਗਰੀਕਲਚਰ 'ਚ ਕੀ ਕੁਝ ਹੋ ਰਿਹਾ ਹੈ ਉਸ ਦੇ ਬਾਰੇ ਇੱਕ ਸੈਂਟਰ ਪੁਆਇੰਟ ਹੋਏਗਾ। ਉੱਥੇ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜੋ ਕਿਸਾਨਾਂ ਦੇ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਨੇ, ਫਸਲ ਦੇ ਨੂੰ ਉਗਾਉਣ ਤੋਂ ਲੈ ਕੇ ਫਸਲ ਦੇ ਬਿਲਕੁਲ ਵੱਢਣ ਤੱਕ। ਉਸ ਤੋਂ ਇਲਾਵਾ ਫਸਲ ਨੂੰ ਮੌਸਮ ਦੇ ਇੰਪੈਕਟ ਤੋਂ ਕਿਵੇਂ ਬਚਾਇਆ ਜਾਵੇ, ਇਹ ਸਭ ਕੁਝ ਇਸ ਥਾਂ ਤੇ ਅਸੀਂ ਤੁਹਾਨੂੰ ਦਿਖਾਵਾਂਗੇ। 2-3 ਚੀਜ਼ਾਂ ਅਜਿਹੀਆਂ ਨੇ ਜੋ ਕਿਸਾਨ ਜੋ ਲੋਕ ਕਿਸਾਨੀ ਕਰਦੇ ਨੇ ਉਹਨਾਂ ਦੇ ਲਈ ਬੇਹੱਦ ਲਾਭਕਾਰੀ ਸਾਬਤ ਹੋ ਸਕਦੇ ਨੇ। ਤੇ ਆਓ ਚੱਲਦੇ ਹਾਂ। ਤਾਂ ਖੇਤੀਬਾੜੀ ਦੇ ਖੇਤਰ ਦੇ ਵਿੱਚ IIT ਰੋਪੜ ਕਿੰਨਾ ਜ਼ਿਆਦਾ ਮਹੱਤਵਪੂਰਨ ਹੈ ਭਾਰਤ ਦੇ ਵਿੱਚ, ਪੰਜਾਬ ਦੇ ਕਿਸਾਨਾਂ ਦੇ ਲਈ, ਉਸ ਦਾ ਜੋ ਇਸ AI ਸਮਿਟ ਦੇ ਵਿੱਚ ਜੋ ਇੱਕ ਡਿਸਪਲੇ ਲਗਾਇਆ ਗਿਆ ਉਹ ਤੁਹਾਨੂੰ ਸਮਝਣਾ ਬਹੁਤ ਜ਼ਰੂਰੀ ਹੈ। IIT ਰੋਪੜ ਦੇ ਅੰਦਰ Annam.ai ਇੱਕ ਅਜਿਹਾ ਸਟਾਰਟਅਪ ਹੈ ਜੋ ਕਿ ਖੇਤੀਬਾੜੀ ਨੂੰ ਨੈਕਸਟ ਲੈਵਲ ਲੈ ਕੇ ਜਾਣ ਵਾਸਤੇ ਕੰਮ ਕਰ ਰਿਹਾ ਹੈ। ਤੇ ਇੱਕ ਜੋ ਕਿਸਾਨਾਂ ਦੇ ਲਈ ਜੋ ਕ੍ਰੌਪ ਇੰਸ਼ੋਰੈਂਸ ਜੋ ਲੋਕ ਲੈਂਦੇ ਨੇ ਉਹਨਾਂ ਵਾਸਤੇ ਜ਼ਰੂਰੀ ਚੀਜ਼ ਹੈ। ਵਰਚੁਅਲ ਤੁਸੀਂ ਕੋਈ ਫਸਲ ਬੀਜ ਰਹੇ ਹੋ ਤਾਂ ਵਰਚੁਅਲੀ ਕਿਸ ਤਰ੍ਹਾਂ ਉਸ ਦੀ ਗਰੋਥ ਹੁੰਦੀ ਹੈ, ਉਸ ਦੇ ਬਾਰੇ ਇਹ ਜੋ ਸਟਾਰਟਅਪ ਹੈ ਉਹ ਤਿਆਰ ਕੀਤਾ ਗਿਆ। ਤੇ ਇਸ ਤੋਂ ਵੀ ਇੰਪੋਰਟੈਂਟ ਇੱਕ ਹੋਰ ਚੀਜ਼ ਹੈ ਜੋ ਅੱਜ ਕੱਲ੍ਹ ਯੂਜ਼ ਵੀ ਹੋ ਰਹੀ ਹੈ ਔਰ ਕਈ ਕਿਸਾਨ ਕਈ ਕੰਪਨੀਆਂ ਇਸ ਦੀ ਵਰਤੋਂ ਕਰ ਰਹੀਆਂ ਨੇ, ਇੱਕ ਛੋਟਾ ਮੌਸਮ ਵਿਗਿਆਨ ਕੇਂਦਰ। ਜੀ ਹਾਂ, ਛੋਟਾ ਮੌਸਮ ਵਿਗਿਆਨ ਕੇਂਦਰ ਮੈਂ ਕਿਉਂ ਕਹਿ ਰਿਹਾ, ਕਿਉਂਕਿ ਇਹ ਇੰਨਾ ਕਿ ਜੋ ਸਟਰਕਚਰ ਹੈ, ਇਹ ਸਟਰਕਚਰ ਜੇਕਰ ਤੁਸੀਂ 10 ਕਿੱਲੇ 20 ਕਿੱਲੇ ਦੇ ਵਿੱਚ ਖੇਤੀਬਾੜੀ ਕਰਦੇ ਹੋ ਤਾਂ ਤੁਹਾਨੂੰ ਇਹ ਦੱਸਣ ਲਈ ਕਾਫੀ ਹੈ ਕਿ ਤੁਸੀਂ ਅੱਜ ਫਸਲ ਬੀਜਣੀ ਹੈ ਕਿ ਨਹੀਂ ਬੀਜਣੀ, ਫਸਲ ਵੱਢਣ ਜਾਣਾ ਕਿ ਨਹੀਂ ਵੱਢਣ ਜਾਣਾ। ਤੁਹਾਨੂੰ ਇਹ ਨਹੀਂ ਪਤਾ ਕਿ ਹੋ ਸਕਦਾ ਕਿ ਸਵੇਰੇ 10 ਵਜ ਰਹੇ ਹੋਣ, ਦੁਪਹਿਰ ਦੇ 2-3 ਵਜੇ ਬਾਰਿਸ਼ ਆਉਣ ਵਾਲੀ, ਪਰ ਤੁਸੀਂ ਸਾਰੀ ਲੇਬਰ ਲਾਏ ਹੋ, ਟਰਾਲੀ ਲਾ ਦਿੱਤੀ ਹੈ, ਜਾ ਕੇ ਸਾਰੇ ਬੰਦੇ ਖੇਤ 'ਚ ਇਕੱਠੇ ਕਰ ਲਏ, ਬਾਰਿਸ਼ ਪੈ ਗਈ, ਸਾਰਾ ਬਰਬਾਦ ਹੋ ਗਿਆ। ਤਾਂ ਤੁਹਾਡੀ ਬਹੁਤ ਸਾਰੀ ਕਾਸਟ ਗਵਰਨਮੈਂਟ ਔਰ ਜੋ ਵਿਗਿਆਨੀ ਨੇ ਉਹਨਾਂ ਦੀ ਇੱਕੋ ਇੱਕ ਕੋਸ਼ਿਸ਼ ਹੈ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਲਈ ਜੋ ਕਾਸਟ ਹੈ, ਯਾਨੀ ਜੋ ਖਰਚਾ ਹੁੰਦਾ, ਉਸ ਖਰਚੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ है। पुष्पेंद्र जी इस प्रोजेक्ट के डायरेक्टर ने, तो इन्हों तो गल करना तो होर भी बेहद अहम हो जाएगा। सर ये बताएंगे कि ये, जैसे मैंने अपने इस शुरुआत में बताया कि ये एक छोटा मौसम विज्ञान केंद्र है, मतलब आपको 200 किलोमीटर 100 किलोमीटर दूर बैठे हुए किसी मौसम वैज्ञानिक की बात सुननी है
लेकिन सटीक और एक्यूरेसी ये आपको बता सकते हो, कैसे बता सकता है? एक्चुअली अगर आप मौसम विभाग की सिचुएशन देखें आज, जी। तो गवर्नमेंट ऑफ इंडिया ने बहुत बड़ा मिशन मौसम और एक इनिशिएटिव है विंड्स करके, जी। जो इनिशिएटिव है मिनिस्ट्री ऑफ एग्रीकल्चर एंड फार्मर वेलफेयर। दोनों इनिशिएटिव में बहुत ज़्यादा नंबर में वेदर स्टेशंस इंडिया में लगेंगे। जी। ऐसा अनुमान है कि लगभग 3 लाख के करीब वेदर स्टेशंस इंडिया में लगाए जाएंगे। जी। हम लोग IIT रॉपर में ये वेदर स्टेशन डेवलप किए हैं। वी आर कॉलिंग इट माइक्रो क्लाइमेट इंटेलिजेंट इंफ्रास्ट्रक्चर। ओके। इसमें वेदर की इंफॉर्मेशन है, साथ में क्लाइमेट की इंफॉर्मेशन भी है। अच्छा। और ये सीधा का सीधा, जैसा कि आप डैशबोर्ड में देख रहे हैं, ये दिखाना भी चाहूंगा मैं, कहूंगा कि कैमरामैन जैसे कि दिखान, dashboard पे आप देख रहे हैं। थोड़ा उधर हो जाइए सर। हाँ। पूरा डैशबोर्ड पे जो इंफॉर्मेशन है, टेम्परेचर की इंफॉर्मेशन है, ह्यूमिडिटी, लाइट इंटेंसिटी, एटमॉस्फेरिक प्रेशर, विंड वेलोसिटी, रेनफॉल कितना हुआ है, ये वीकली रेनफॉल कितना अभी है। हम साल दिल्ली का में rainfall, खड़े हैं, नई दिल्ली में खड़े हैं, तो ये यहाँ का जहाँ हम खड़े हैं वहाँ का एग्जैक्ट डेटा बता रहा है। पूरा डेटा आपको दे रहा है अभी का से। ये इंफॉर्मेशन एग्रीकल्चर के लिए बहुत इंपॉर्टेंट है। अभी रेनफॉल आर्ली 0 mm है, रेनफॉल डेली 0 mm, मतलब आज बारिश नहीं होने वाली है, नहीं होगा, मतलब पक्के तौर पे आप किसी को पक्के कमिट कर तौर सकते हैं। पक्के तौर पे कर सकते हैं। अच्छा। हाँ, क्योंकि ये जो डेटा है, ये जो मॉडल है, वो 40 साल के हिस्टोरिक मॉडल पे काम करते हैं। अच्छा। 40 साल का IMD डेटा हम लोग एनालाइज करके इसमें फिट करते हैं, अच्छा। और ये गलत नहीं हो सकता। इसकी जो लेवल ऑफ कॉन्फिडेंस है वो 100%। ਇਹ ਬੜੀ ਇੰਪੋਰਟੈਂਟ ਗੱਲ ਇਹਨਾਂ ਨੇ ਕਹੀ ਕਿ 40 ਸਾਲ ਦਾ ਜੋ ਮੌਸਮ ਵਿਗਿਆਨ ਦਾ ਮੌਸਮ ਵਿਭਾਗ ਦਾ ਜੋ ਡੇਟਾ ਹੈ ਉਸ ਨੂੰ ਐਨਾਲਾਈਜ਼ ਕਰਕੇ ਇਹਨਾਂ ਨੇ ਇੱਕ ਮਾਈਕਰੋ ਮੌਸਮ ਵਿਗਿਆਨ ਕੇਂਦਰ ਬਣਾਇਆ ਹੈ। ਤੇ ਇਹ ਸਰ ਥੋੜਾ ਜਿਹਾ ਸਾਨੂੰ ਦੱਸਣ ਦੀ ਕੋਸ਼ਿਸ਼ ਕਰੋ ਕਿ ਵਰਕ ਛੋਟੇ ਘੱਟ ਸ਼ਬਦਾਂ ਮੈਨੂੰ ਪਤਾ ਕਿ ਤੁਹਾਡੇ ਕੋਲ ਬਹੁਤ ਲੋਕ ਪੁੱਛਣ ਆ ਰਹੇ ਆ, ਹੈਨਾ, ਇਹ ਥੋੜਾ ਸਾਨੂੰ ਐਕਸਪਲੇਨ ਕਰੋ ਕਿ ਇਹ ਕਿਵੇਂ ਕੰਮ ਕਰਦਾ ਹੈ, ਕਿਸ ਤਰ੍ਹਾਂ ਇੱਕ ਕਿਸਾਨ ਦੇ ਸਮਝਣ ਦੇ ਲਿਹਾਜ਼ ਨਾਲ। एक तो ये बात है कि हम किसान को ये नहीं चाहते कि इस कॉम्प्लिकेशन में किसान पड़े। जी। ये एक ऑटोमेटिक वेदर स्टेशन है। हाँ। इसमें आपका विंड वेलोसिटी, विंड डायरेक्शन यहाँ से आती है। यहाँ से विंड डायरेक्शन आएगा। विंड डायरेक्शन, विंड वेलोसिटी दोनों आते हैं। ओके। ये UV जो अल्ट्रावायलेट रेज का ये होता है, वो इंफॉर्मेशन आती है। यहाँ से रेन की बकेट है, इसमें एक बहुत स्पेशल सेंसर लगा हुआ है। अच्छा। जो IMD सर्टिफाइड है। IMD कहता है कि ये सेंसर 99% एक्यूरेट है, इससे ज़्यादा एक्यूरेट सेंसर इंडिया में नहीं है। मतलब ये बताया कितने mm बारिश हुई या सारी चीजें। सो इसे ऑटो टिपिंग है, ओके। बहुत ही आउटस्टैंडिंग डिवाइस है। इससे आपको रेन की पूरी जानकारी मिल जाती है। ये पूरा का पूरा डेटा इस बॉक्स में, अच्छा, इस बॉक्स में रजिस्टर इस बॉक्स में रजिस्टर होता है, और ये बॉक्स जो है वो क्लाउड के साथ कनेक्टेड है। और आपके फोन में ऐप आ जाएगा इसका? बिल्कुल डायरेक्टली आपके फोन में आएगा यहाँ से। मतलब ये जो स्क्रीन दिखा रहे थे हम लोग, ये ऐप के रूप में ये आपके ऐप फोन में के रूप में आएगा? आपके फोन पे आ जाएगा। अच्छा। और ये क्या लगा हुआ है, ये स्पाइक्स ये तो कबूतर वगैरह ना बैठे, वो तो अच्छा, जान कुछ जानबूझ के, ताकि ये इसमें ब्लॉकेज ना हो। ये इसलिए है कि इसके ऊपर कोई चिड़िया ना बैठ जाए या कुछ ना बैठ जाए। बारिश होती है तो चिड़िया बैठने की कोशिश करेगी। थैंक यू सर। ਤਾਂ ਇਹ ਪ੍ਰੋਜੈਕਟ ਡਾਇਰੈਕਟਰ ਸੀ ਪੁਸ਼ਪਿੰਦਰ ਜੀ। ਇਹ ਮੈਂ ਹੋਰ ਤੁਹਾਨੂੰ ਹੋਰ ਐਕਸਪਲੇਨ ਕਰਦਾ ਕਿ ਇਹ ਜੋ ਤੁਸੀਂ ਸਟਰਕਚਰ ਸਾਰਾ ਦੇਖ ਰਹੇ ਹੋ, ਕਿਸਾਨ ਇਸ ਨੂੰ ਆਪਣੇ ਖੇਤ ਦੇ ਵਿੱਚ ਲਗਾਉਂਦਾ ਹੈ, ਉਸ ਤੋਂ ਬਾਅਦ ਸਾਰਾ ਡੇਟਾ ਇੱਥੇ ਰਜਿਸਟਰ ਹੁੰਦਾ ਹੈ, ਔਰ ਫਿਰ ਤੁਹਾਡੇ ਮੋਬਾਈਲ ਦੇ ਵਿੱਚ ਜੋ ਐਪ ਹੈ, ਉਸ ਐਪ ਦੇ ਵਿੱਚ ਸਾਰਾ ਡੇਟਾ ਤੁਹਾਨੂੰ ਦਿਖੇਗਾ ਕਿ ਹਵਾ ਕਿੰਨੀ ਰਫ਼ਤਾਰ ਨਾਲ ਚੱਲ ਰਹੀ ਹੈ, ਕੋਈ ਫਸਲ ਤੁਸੀਂ ਤੁਹਾਡੀ ਖਰਾਬ ਹੋਣ ਵਾਲੀ, ਕਿਤੇ ਜਿਵੇਂ ਕਣਕ ਹੁੰਦੀ ਹੈ ਜਾਂ ਜੀਰੀ ਹੁੰਦੀ ਹੈ, ਉਹ ਕਿਤੇ ਡਿੱਗ ਤਾਂ ਨਹੀਂ ਜਾਏਗੀ, ਕਿਸ ਤਰ੍ਹਾਂ ਦੀ ਕਿੰਨੀ ਸਪੀਡ ਦੀ ਹਵਾ ਚੱਲੇਗੀ, ਸਾਰਾ ਕੁਝ ਤੁਹਾਨੂੰ ਰੀਅਲ ਟਾਈਮ ਦੱਸਦਾ ਤਾਂ ਕਿ ਤੁਸੀਂ ਆਪਣੀ ਖੇਤੀ ਦਾ ਜੋ ਹੈ ਉਹ ਅੱਗੇ ਦਾ ਪਲਾਨ ਕਰ ਸਕੋ। ਹੁਣ ਮੈਂ ਇਸ ਕਾਰਨਰ ਤੇ ਆਣਾ, ਇਹ ਕਾਰਨਰ ਮੇਰੇ ਸਹਿਯੋਗੀ ਆਕਾਸ਼ਦੀਪ ਵੀ ਮੇਰੇ ਨਾਲ ਨੇ। ਆਕਾਸ਼, ਤੁਸੀਂ ਇਹਨੂੰ ਬੜਾ ਧਿਆਨ ਨਾਲ ਸਮਝ ਰਹੇ ਸੀ, ਖੇਤੀਬਾੜੀ ਨਾਲ ਤੁਸੀਂ ਥੋੜਾ ਬਹੁਤ ਜੁੜੇ ਹੋਏ ਹੋ, ਤਾਂ ਇਸ ਬਾਰੇ ਮੈਂ ਚਾਹੂੰਗਾ ਕਿ ਤੁਸੀਂ ਖੁਦ ਦਰਸ਼ਕਾਂ ਨੂੰ ਐਕਸਪਲੇਨ ਕਰਵਾਓ, ਨਾਲ ਐਕਸਪਰਟਸ ਵੀ ਖੜੇ ਨੇ, ਕਿ ਆਖਿਰਕਾਰ ਇਹ ਕੰਮ ਕਿਵੇਂ ਕਰਦਾ ਇਹ ਸਾਰਾ। ਬਿਲਕੁਲ ਤਾਂ ਅਸਲ ਦੇ ਵਿੱਚ ਇਹ ਬੜਾ ਲਾਹੇਵੰਦ ਸੋਦਾ ਹੈ ਜੇ ਖੇਤੀ ਦੀ ਗੱਲ ਕਰੀਏ, ਕਿਉਂਕਿ ਫਸਲਾਂ ਨੂੰ ਡਿਟੈਕਟ ਕਰਦਾ ਹੈ ਕਿ ਕਿਹੋ ਜਿਹੀ ਕਰੋਪ ਹੈ, ਔਰ ਉਸ ਤੋਂ ਬਾਅਦ ਪੈਸਟੀਸਾਈਡਸ ਵਗੈਰਾ ਦੇ ਬਾਰੇ ਦੱਸਦਾ ਹੈ, ਔਰ ਕਿਸਾਨ ਕਿਵੇਂ ਇਸ ਦਾ ਫਾਇਦਾ ਲੈ ਸਕਦਾ ਹੈ। ਇੱਥੇ स्टूडेंट्स जिन्होंने वालों ये बिल्ड किया गया उन्होंने नाल भी गलबात करेंगे जिन्होंने सहयोग रहा है। किस तरह ये काम करता है, ज़रा सानू एक्सप्लेन करो। सर हमारा ये मॉडल है AI मॉडल, जो कौन सा फसल है वो हमें एक इमेज देंगे हम मॉडल को, और एग्जैक्टली बता सकता है कौन सा फसल है। तो हमारा मॉडल 15 लाख इमेजेस पे ट्रेंड हुआ है, और एज वी स्पीक हमारे पास हर रोज़ 15 से 20 हज़ार किसानों से इमेजेस आ रहे हैं, जो हमारे डैशबोर्ड देख सकते हैं आप। तो डेमो करके मैं एक बार रियल टाइम च करके दिखाने आ ਤੁਹਾਨੂੰ ਕਿ ਇੱਥੇ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋਗੇ ਕਿ ਇੱਥੇ ਸਿਲੈਕਟ ਕੀਤਾ ਜਾਏਗਾ ਕਿ ਇਹ ਕਿਹੜੀ ਫਸਲ ਹੈ, ਇਹ ਪੁੱਛ ਰਿਹਾ। ਤਾਂ ਜਿਵੇਂ ਇਹ ਬਣ ਕੇ ਆ ਗਈ ਹੈ ਤਸਵੀਰ ਕਿਹੜੀ ਫਸਲ ਹੈ, ਇਸ ਦੇ ਵਿੱਚੋਂ ਆਪਾਂ ਗੈਸ ਕਰਨਾ ਹੈ ਹੁਣ ਕਿਹੜੀ ਫਸਲ ਹੈਗੀ ਹੈ। ਤਾਂ ਇਹ ਗੰਨੇ ਦੀ ਫਸਲ ਲੱਗ ਰਹੀ ਹੈ, ਸ਼ੂਗਰ ਕੇਨ।
ਤਾਂ ਇਹ ਬਿਲਕੁਲ ਕਰੈਕਟ ਕੀਤਾ ਆਪਾਂ ਨੈਕਸਟ ਰਾਊਂਡ ਕਰਕੇ ਦੇਖਦੇ ਹਾਂ ਤਾਂ ਇਹ ਪੁੱਛ ਰਿਹਾ ਇਹ ਕੀ ਹੈ ਤਾਂ आदमी से अच्छा करता है। ਇਹ ਰੀਅਲ ਟਾਈਮ ਪਤਾ ਕਰਕੇ ਦੱਸਦਾ ਕਿ ਕਿਹੜੀ ਫਸਲ ਅਸਲ ਦੇ ਵਿੱਚ ਹੈਗੀ ਆ ਤਾਂ ਇਸ ਤੋਂ ਇਲਾਵਾ ਉਹ ਵੀ ਦੇਖਣਾ ਚਾਹਾਂਗੇ ਕਿ ਜਿਸ ਦੇ ਵਿੱਚ ਪੈਸਟੀਸਾਈਡਸ ਵਗੈਰਾ ਦਾ ਜੋ ਐਂਗਲ ਇਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਹੜਾ ਕੀੜਾ ਹੈ ਜਿਹੜਾ ਇਸ ਫਸਲ ਨੂੰ ਲੱਗਿਆ ਹੋਇਆ ਹੈ ਤੁਸੀਂ ਕਿਵੇਂ ਇਸ ਨੂੰ ਵਧੀਆ ਬਣਾ ਸਕਦੇ ਹੋ ਤਾਂ तो हमारा मॉडल हम चलाएंगे हाँ तो डिटेक्ट पेस्ट करेंगे तो ये हमारा यहाँ पे एनालिसिस चल रहा है कौन सा पेस्ट है थोड़ा सा ये देखिए जैसे कि एफिड है कहाँ पे कौन सा पेस्ट है कहाँ पे बैठा हुआ है सब दिखा देता है एग्जैक्टली तो ऐसे सेम डिजीज़ का भी है हमारे पास मान लो कोई डिजीज़ वाला मॉडल है हमारे पास वो अलग अलग मॉडल हमने किया है जैसे कि कोई डिजीज़ का ये देखो कोई एक डिजीज़ है कौन सा डिजीज़ है ये हम ऐसे बोल देंगे तो यहाँ पे दिखा देगा कि कौन सा डिजीज़ है हमारा मॉडल लाइव काम कर रहा है किसी भी पेस्ट किसी भी डिजीज के बारे में आपको जो भी जानकारी चाहिए इसमें आप इमेज अपलोड करेंगे तो वो इमेज डिटेक्ट करके पेस्ट बता देगा डिजीज बता देगा किस फसल पे कहाँ पे वो लगी हुई है ये भी वो दिखाएगा किस डैमेज के साथ इंश्योरेंस को लेके आप बता रहे थे इंश्योरेंस कंपनी को बड़ी हेल्प होगी तो उसमें कैसे हेल्प होगी ਸੋ ਜਿਹੜਾ ਕ੍ਰੌਪ ਮੋਨੀਟਰਿੰਗ ਦਾ ਸਿਸਟਮ ਹੈਗਾ ਆਪਣਾ ਉਹ ਕ੍ਰੌਪ ਮੋਨੀਟਰਿੰਗ ਜਦੋਂ ਆਪਾਂ ਕਰਦੇ ਹਾਂ ਉਹਦੇ ਚ ਇਮੇਜ ਡਿਟੈਕਟ ਹੁੰਦੀ ਹੈ ਕਿ ਕਿਹੜੀ ਕ੍ਰੌਪ ਆਇਡੈਂਟੀਫਾਈ ਹੋ ਪਾ ਰਹੀ ਹੈ ਉਹਦੇ ਨਾਲ ਕਿਸਾਨ ਆ ਚੀਜ਼ ਇਨਸ਼ੋਰ ਕਰ ਸਕਦੇ ਨੇ ਕਿ ਅਸੀਂ ਆਹ ਕ੍ਰੌਪ ਆਪਣੇ ਏਰੀਆ ਚ ਲਾ ਰਹੇ ਸੀਗੇ ਤੇ ਉਹ ਕ੍ਰੌਪ ਸਾਡੇ ਅਸੀਂ ਡੈਮੇਜ ਹੋਈ ਹੈ ਉਹਦੇ ਡੈਮੇਜ ਅਸੈਸਮੈਂਟ ਦਾ ਵੀ ਆਏਗਾ ਤੇ ਉਹਦੇ ਨਾਲ ਉਹਨਾਂ ਨੂੰ ਇੰਸ਼ੋਰੈਂਸ ਲੈਣ ਵਾਸਤੇ ਕਲੇਮ ਕਰਨ ਵਾਸਤੇ ਵੀ ਬਹੁਤ ਈਜ਼ੀ ਹੋਏਗਾ ਤਾਂ ਕਰਕੇ ਉਹ ਮਿਨਿਸਟਰੀ ਵਾਸਤੇ ਵੀ ਚੰਗਾ ਹੈ ਤਾਂ ਕਿ ਉਹਨਾਂ ਨੂੰ ਇਨਸ਼ੋਰ ਹੋਏਗਾ ਕਿ ਉਹ ਕਿੱਥੇ ਐਗਜ਼ੈਕਟਲੀ ਉਹ ਕਿਸਾਨ ਉਹ ਗਰੋ ਕਰ ਰਿਹਾ ਸੀ ਨਹੀਂ ਕਰ ਰਿਹਾ ਸੀ ਐਸ ਫਾਰ ਐਸ ਫਾਰਮਰਸ ਵਾਸਤੇ ਵੀ ਚੰਗਾ ਹੈ ਕਿ ਉਹਨਾਂ ਨੂੰ ਇਨਸ਼ੋਰ ਹੋਏਗਾ ਕਿ ਹਾਂ ਵੀ ਅਸੀਂ ਆ ਚੀਜ਼ ਇੱਥੇ ਲਾਈ ਸੀ ਤੇ ਇੰਨੀ ਸਾਡੀ ਡੈਮੇਜ ਹੋ ਗਈ ਹੈ ਸਾਡੇ ਇਸ ਦੇ ਬਾਰੇ ਵੀ ਥੋੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਇਹ ਥੋੜਾ अर्ਲੀ ਸਟੇਜ ਹੈਗਾ ਉਹ ਇਸ ਕਰਕੇ ਕਿ ਮੰਨ ਲਓ ਕਿ ਤੁਸੀਂ ਕਣਕ ਬੀਜ ਰਹੇ ਹੋ ਜਾਂ ਕੋਈ ਵੀ ਮੈਂ ਕਣਕ ਦਾ ਨਾਮ ਬਾਰ-ਬਾਰ ਇਸ ਕਰਕੇ ਲੈ ਰਿਹਾ ਕਿਉਂਕਿ ਜ਼ਿਆਦਾਤਰ ਪੰਜਾਬ 'ਚ ਕਣਕ ਝੋਨੇ ਦੀ ਉਹ ਬੈਲਟ ਹੈਗੀ ਆ ਪਰ ਇੱਕ ਕਿਸਾਨ ਜਦੋਂ ਫਸਲ ਬੀਜਦਾ ਹੈ ਤਾਂ ਉਹਦੇ ਸਟੈਪ ਕੀ ਹੋਣੇ ਚਾਹੀਦੇ ਤੁਸੀਂ ਇਹ ਕਹੋਗੇ ਅਸੀਂ ਪੁਰਾਣੇ ਕਿਸਾਨ ਹੈਗੇ ਆ ਸਾਨੂੰ ਤਾਂ ਜ਼ਿਆਦਾ ਪਤਾ ਹੈ ਤੁਹਾਡਾ ਮੁੰਡਾ ਜਿਹੜਾ ਹੋ ਸਕਦਾ ਕਿ ਫੋਰਨ ਤੋਂ ਪੜ੍ਹ ਕੇ ਆਇਆ ਹੋਵੇ ਪਰ ਖੇਤੀ ਕਰਨਾ ਚਾਹੁੰਦਾ ਹੋਵੇ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਅੱਜ ਮੈਂ ਗੋਭੀ ਦੀ ਫਸਲ ਲਾ ਰਿਹਾ ਜੇ ਮੈਂ ਝੋਨਾ ਲਾ ਰਿਹਾ ਤਾਂ ਉਹਦਾ ਸਟੈਪ ਬਾਈ ਸਟੈਪ ਗਰੋਥ ਕਿਵੇਂ ਦੀ ਹੋਏਗੀ ਉਹ ਕਿਸ ਤਰ੍ਹਾਂ ਜੇਕਰ ਕੋਈ ਪੈਸਟ ਲੱਗਦਾ ਤਾਂ ਇਸ ਸਟੇਜ ਤੇ ਲੱਗ ਸਕਦਾ ਤਾਂ ਇੱਕ ਉਹਦੀ ਐਜੂਕੇਸ਼ਨ ਹੋਏਗੀ ਇਸ ਨੂੰ ਹੋਰ ਬਿਹਤਰ ਤਰੀਕੇ ਨਾਲ ਦੱਸਣ ਦੇ ਲਈ ਮੇਰੇ ਨਾਲ IIT ਰੋਪੜ ਤੋਂ ਰਿਪਰੈਜ਼ੈਂਟੇਟਿਵ ਹੈਗੇ ਤੁਸੀਂ ਦੱਸੋਗੇ ਮੈਨੂੰ ਥੋੜਾ ਜਿਹਾ ਇਹ ਮੈਂ ਮੇਰੀ ਗੱਲ ਸਮਝ ਆ ਰਹੀ ਹੈ ਪੰਜਾਬੀ ਤੁਹਾਨੂੰ ਤੁਸੀਂ ਹਿੰਦੀ 'ਚ ਜਵਾਬ ਦੇ ਸਕਦੇ ਹੋ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ अर्ਲੀ ਸਟੇਜ ਕੀ ਹੈ ਇਹਦਾ मतलब कि एडवांस है पर ਕਿਵੇਂ ਕੰਮ ਕਰਦਾ ਹੈ ਇਹਨੂੰ ਜ਼ਰੂਰ ਦੱਸਣਾ ਸਾਨੂੰ मेरा नाम डॉक्टर शहबाज अहमद है मैं जम्मू कश्मीर से हूँ और मैं पोस्ट डॉक्टरल रिसर्च फेलो हूँ NMAI में जी तो हम यहाँ क्या कर रहे हैं हम क्रॉप्स के डिजिटल ट्विन्स बना रहे हैं डिजिटल ट्विन्स होते हैं बिल्कुल हूबहू शक्ल जिस तरह आपका कोई भी क्रॉप दिखता है उसी का एक डिजिटल रेप्लिका मान लो स्ट्रॉबेरी किसी ने अपने खेत में लगाई है उसका रेप्लिका बनाएंगे हाँ, तो चीजें आपको समझनी होगी डिजिटल रेप्लिका एक आइडल चीज होती है ओके उसमें कोई ग्रोथ होता आपको नहीं दिखेगी ओके बट डिजिटल ट्विन प्लांट की ग्रोथ को मिमिक करता है जैसे कि हाँ, ये आप जैसे आप यहाँ पे आप देखोगे हमने कॉलीफ्लावर की ग्रोथ मिमिक की है एक वर्चुअल रियलिटी इंफ्रास्ट्रक्चर में तो यहाँ पे क्या हो रहा है यहाँ पे हम देख रहे हैं विद टाइम कॉलीफ्लावर कैसे ग्रो हो रहा है ओके ठीक है ये इसके बहुत सारे यूज केसेस हैं फार्मर्स को आप एजुकेट कर सकते हो उनको सिखा सकते हो और मतलब कि आप कहना ये चाहते हो कि ये जैसे गोभी की फसल यहाँ पे लगी हुई है वर्चुअल देख रहे हैं हम लोग जी 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 लेकिन अब किसान जब उसको ध्यान देता है जब उसका बर्बादी हो जाती है हाँ जी, या कीड़ा लग जाता है ना लेकिन उसके पहले ही आप उसको माइन्यूट लेवल पर जाके उसको हाँ, डिटेक्ट करवा सकते जी हैं जी बिल्कुल तो हम ये इसको एक वर्चुअल रियलिटी में ये सिखाने की कोशिश कर रही है फार्मर्स को ये सिखाने की कोशिश कर रहे हैं कि आपका हेल्दी स्टेट में आपका कॉलीफ्लावर या कोई भी क्रॉप हो कैसे ग्रो होगा विद टाइम और मान लीजिए कोई क्रॉप जिसका 3 महीने का टेन्योर है जो 3 महीने में पक जाता है उसको आप कम टाइम में यहाँ वर्चुअल रियलिटी एनवायरनमेंट में देख सकते हो 3 मिनट्स में ही आप देख सकते हो कि आपका एक क्रॉप जो है कैसे तैयार होता है फ्रॉम वेरी स्मॉल स्टेज टू हार्वेस्ट तो अभी ये अभी प्रोटोटाइप है अभी ग्राउंड में उतरा नहीं है ये हाँ लाइक हम इसको स्केल अप कर रहे हैं बड़े स्केल के लिए जैसे कि मैं इतने दिखावा अपने सहयोगी को कहना वाला फोकस करन हाँ वर्चुअल रियलिटी एनवायरनमेंट में इसी ग्रोथ को देख रहे हैं और ये छोटे स्टेज से होके आप देखोगे जैसे प्लांट बड़ा हो रहा है और कुछ ही टाइम में और क्योंकि आप बहुत सारे फिनोटाइपिक ट्राइट्स जानना चाहते हैं आप देखना चाहते हैं कि आपका फसल सही से ग्रो हो रहा है आपका क्रॉप सही से ग्रो हो रहा है कैसे उसके लीव्स ग्रो हो रहे हैं और अदर पार्ट्स ग्रो हो रहे हैं तो यहाँ वर्चुअल रियलिटी में 3D विजन में देख सकते हो ਤਾਂ ਮੈਂ ਇਹ ਦੱਸਣ ਦਾ ਇਹਨਾਂ ਦਾ ਮਤਲਬ ਇਹ ਹੈ ਕਿ ਜੋ ਵਰਚੁਅਲ ਰਿਐਲਿਟੀ ਦੇ ਵਿੱਚ ਇਹ ਤੁਸੀਂ ਗੋਭੀ ਦਾ ਦੇਖ ਰਹੇ ਹੋ ਬੂਟਾ ਇਹ ਕਿਵੇਂ ਕਿਵੇਂ ਗਰੋ ਹੋਏਗਾ ਕਿਵੇਂ ਇਹ 'ਚ ਸਬਜ਼ੀ ਲੱਗੇਗੀ
ਇਹਦੇ ਪੱਤਿਆਂ ਦੀ ਹਾਲਤ ਕੀ ਹੈ, ਕੀ ਕੋਈ ਕੀੜਾ ਤਾਂ ਨਹੀਂ ਲੱਗ ਰਿਹਾ, ਇਹ ਸਭ ਕੁਝ ਐਡਵਾਂਸ ਦੇ ਵਿੱਚ, ਜਿਵੇਂ ਮੈਂ ਦੱਸਿਆ ਕਿ 3 ਮਹੀਨੇ ਦੀ ਫਸਲ 2 ਮਹੀਨੇ ਦੀ ਫਸਲ ਤੁਸੀਂ 2 ਜਾਂ 3 ਮਿੰਟਾਂ ਦੇ ਵਿੱਚ ਉਹਦਾ ਪੂਰਾ ਗਰੋਥ ਹਿਸਟਰੀ ਨੂੰ, ਆ ਗਰੋਥ ਜਿਹੜਾ ਉਹਦਾ ਸਾਰਾ ਫਿਊਚਰ ਹੈਗਾ ਉਹਨੂੰ ਪਤਾ ਕਰ ਸਕਦੇ ਹੋ, ਤਾਂ ਕਿ ਤੁਸੀਂ ਟਾਈਮ ਟੂ ਟਾਈਮ ਉਸ ਨੂੰ ਜਾ ਕੇ ਦੇਖਦੇ ਰਹੋ ਵੀ ਕੀ ਇਸੇ ਤਰ੍ਹਾਂ ਚੱਲ ਰਿਹਾ नहीं चल रहा है। मतलब कि मैंने गोभी लगा दी अपने खेत में और अपने घर में अपने फार्म में बैठ के इसको मैं एआई के थ्रू ये देख रहा हूँ कि 1 हफ्ते बाद ये ऐसा दिखना लग जाएगा, है ना। तो वो दिख रहा है कि नहीं दिख रहा ग्राउंड में, अगर नहीं दिख रहा है तो उसके बारे में स्टेप लेने की जरूरत है। हाँ जी बिल्कुल। आपको ऐसा लग रहा है कि क्योंकि हम ये रियल टाइम कर रहे हैं, हम हर दिन इस हमारे पास एक 3D रिकंस्ट्रक्शन है, 3D मॉडल है, तो आप ये भी देख सकते हो कि अगर कोई डिजीज लग रही है तो उसके लिए आपकी रिकमेंडेशंस क्या है। तो जब बात आती है फार्मर स्पेसिफिक सॉल्यूशंस की, जो हम फार्मर्स के लिए कर रहे हैं ये काम, उनके पास एक ऐप रहेगी एक मोबाइल फोन में, जिसमें एक AR VR व्यू में वो देख सकते हैं कि क्रॉप फॉर एग्जाम्पल 10th डे पे 10वें दिन पे कैसा दिखना चाहिए, तो जब हेल्दी होगा तो ऐसा दिखना चाहिए। फिर वो उसके हिसाब से कंपेयर कर सकता है कि जो आपका अभी का प्लांट है, अभी का क्रॉप है, वो उस हिसाब से ग्रो कर रहा है, नहीं कर रहा है, नहीं कर रहा है तो कोई डिजीज है, विद रिकमेंडेशंस फ्रॉम एग्रीकल्चरल एक्सपर्ट्स। यस जी, ਧੰਨਵਾਦ ਤੁਹਾਡਾ। ਅਸੀਂ ਜੋ annam.ai ਜੋ ਕਿ IIT ਰੋਪੜ ਦਾ ਇੱਕ ਸਟਾਰਟਅਪ ਹੈ, ਉਸ ਸਟਾਰਟਅਪ ਦੇ ਅੰਦਰ ਇੱਥੇ ਕਿਉਂਕਿ AI ਸਮਿਟ ਇੰਪੈਕਟ ਸਮਿਟ ਦੇ ਵਿੱਚ ਖੜੇ ਆ ਤੇ ਪੰਜਾਬ ਦੀ ਧਰਤੀ ਦਾ ਚੈਨਲ ਹੋਣ ਕਰਕੇ ਸਾਡਾ ਫਰਜ਼ ਵੀ ਬਣਦਾ ਹੈ ਕਿ ਜੋ ਐਗਰੀਕਲਚਰ ਦੇ ਵਿੱਚ ਇਨੋਵੇਸ਼ਨ ਹੋ ਰਹੇ ਨੇ ਉਹ ਤੁਹਾਡੇ ਸਾਹਮਣੇ ਅਸੀਂ ਜ਼ਰੂਰ ਲੈ ਕੇ ਆਈਏ PTC ਦੇ ਜ਼ਰੀਏ ਗਲੋਬਲੀ, ਕਿਉਂਕਿ ਅਸੀਂ ਤੁਹਾਡੇ ਤੱਕ ਰੀਚ ਕਰਦੇ ਹਾਂ। ਹੁਣ ਮੈਂ ਇੱਥੇ ਖੜਾ ਤੇ IIT ਰੋਪੜ ਦੇ ਡਾਇਰੈਕਟਰ ਸਾਹਿਬ ਵੀ ਮੇਰੇ ਨਾਲ ਨੇ, ਮੇਰੇ ਨਾਲ ਮੇਰੇ ਸਾਥੀ ਜੋ ਆਏ ਸੀ, ਮਾਫ ਕਰਨਾ ਪੂਕੀ ਪ੍ਰੋਫੈਸਰ ਤੁਹਾਨੂੰ ਕਹਿੰਦੇ ਆ, ਫਨੀ ਪ੍ਰੋਫੈਸਰ ਕਹਿੰਦੇ, ਪਰ ਇਹ ਫਨੀ ਹੈਗੇ ਇੱਕ ਪਾਰਟ ਇਹਨਾਂ ਦਾ ਹੈਗਾ, ਪਰ IIT ਰੋਪੜ ਦੇ ਡਾਇਰੈਕਟਰ ਨੇ ਜੋ ਪੂਰੀ ਇੰਡੀਆ ਦੇ ਵਿੱਚ खेती किस शेप लेगी, किवें काम करेगी, उस दे बारे डिसीजन मेकर ने। ਤਾਂ ਰਾਜੀਵ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਇਹਨੇ ਬਿਜ਼ੀ ਸ਼ਡਿਊਲ ਦੇ ਵਿੱਚ। ਜੋ IIT ਰੋਪੜ ਦਾ ਅਸੀਂ ਇਸ ਮੰਡਪ ਦੇ ਵਿੱਚ ਅਸੀਂ ਖੜੇ ਹਾਂ, ਇਹ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ, ਭਾਰਤ ਦੇ ਕਿਸਾਨਾਂ ਨੂੰ ਇੱਕ ਨਵਾਂ ਰਾਹ ਦਿਖਾ ਸਕਦਾ ਹੈ ਕਿ ਤੁਸੀਂ ਐਗਰੀਕਲਚਰ ਐਂਡ AI ਦੇ ਨਾਲ ਈਲਡ ਕੋਸਟ ਘਟਾ ਸਕਦੇ ਹੋ, ਈਲਡ ਵਧਾ ਸਕਦੇ ਹੋ। ਕਿਵੇਂ ਜਿਵੇਂ ਜੇ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ, ਤਾਂ ਪੰਜਾਬ ਦੀ ਧਰਤੀ ਤਾਂ ਐਗਰੀਕਲਚਰ ਵਾਸਤੇ ਨੋਨ ਹੈ ਜੀ। ਤਾਂ ਜਿਹੜਾ ਅਸੀਂ AI ਸੈਂਟਰ ਬਣਾਇਆ ਹੁਣ IIT ਰੋਪੜ ਵਿੱਚ, ਇਹ ਬੇਸਿਕਲੀ ਇਹ ਕੰਮ ਜਿਹੜਾ ਕਰ ਰਹੇ ਹੈ ਤਾਂ ਫਾਰਮਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹੈ ਜੀ। ਸੋ ਜਿਵੇਂ ਫਾਰਮਰ ਦੇ ਚੈਟ ਬਾਕਸ ਅਸੀਂ ਡਿਵੈਲਪ ਕਰ ਰਹੇ ਹਾਂ, ਜੋ ਫਾਰਮਰ ਕੀ ਆਪਣੀ ਲੈਂਗੁਏਜ ਵਿੱਚ ਕੁਐਸਚਨ ਪੁੱਛ ਸਕਦਾ, ਲਾਈਕ ਪੰਜਾਬੀ ਵਿੱਚ ਪੁੱਛ ਸਕਦਾ ਹੈ, ਔਰ ਪੰਜਾਬੀ ਦੇ ਵੀ ਕਈ ਡਿਫਰੈਂਟ ਸਲੈਂਗ ਹੁੰਦੇ ਨੇ, ਆਪਣੇ ਸਲੈਂਗ ਵਿੱਚ ਪੁੱਛ ਸਕਦਾ ਹੈ, ਤਾਂ ਅਸੀਂ ਬਠਿੰਡੇ ਦੇ ਸਟਾਈਲ ਚ ਬੋਲੇਗਾ ਤਾਂ ਅਸੀਂ ਉਹਨੂੰ ਪੂਰਾ ਆਨਸਰ ਉਹਨੂੰ ਮਿਲੇਗਾ। ਤਾਂ ਅਸੀਂ ਇੱਕ ਤਰ੍ਹਾਂ ਦਾ ਮਾਡਲ ਡਿਵੈਲਪ ਕਰ ਰਹੇ ਹਾਂ, ਜਿਹੜੇ ਫਾਰਮਰ ਹਨ, ਜਿਹੜੇ ਡੇਲੀ ਸਾਡੇ ਕੋਲ ਕੁਐਸਚਨ ਪੁੱਛਦੇ ਹਨ, ਅਸੀਂ ਉਸਦਾ ਆਨਸਰ ਇੱਕ ਕਰੈਕਟ ਵੇ ਨਾਲ ਦੇਣਾ ਹੈ। ਆਈ ਕੈਨ ਨਾਟ ਗਿਵ ਯੂ ਆਨਸਰ, ਤੁਸੀਂ ਮੇਰਾ ਆਨਸਰ ਯੂਜ਼ ਕਰਕੇ ਮੈਂ ਤੁਹਾਨੂੰ ਗਲਤ ਆਨਸਰ ਦੇਤਾ, ਤੁਸੀਂ ਗਲਤ ਪ੍ਰੈਕਟਿਸ ਯੂਜ਼ ਕਰ ਦਿੱਤੀ ਆਪਣੇ ਖੇਤ ਵਿੱਚ, ਤਾਂ ਨੁਕਸਾਨ ਹੋ ਜਾਏਗਾ। ਸੋ ਇਟਸ ਅ ਵੈਲ ਕੁਆਲੀਫਾਈਡ ਆਨਸਰ ਐਂਡ ਵੈਟਡ ਬਾय ਐਕਸਪਰਟ। ਸਰ ਕਿਉਂਕਿ ਮੈਂ ਨਾ, ਤੁਸੀਂ ਤਾਂ ਰੋਜ਼ ਰਿਸਰਚ ਦੇ ਵਿੱਚ ਹੀ ਰਹਿੰਦੇ ਹੋ, ਸਾਰਾ ਕੁਝ ਤੁਹਾਡਾ ਉਹ ਹੁੰਦਾ ਹੈ। ਪੰਜਾਬ ਦੇ ਵਿੱਚ ਨਾ ਇੱਕ ਇਹ ਹੁੰਦਾ ਕਿ ਕੀ ਪਿਆ ਜੀ ਖੇਤੀ 'ਚ, ਜਾਂ ਜੋ ਨਵੀਂ ਜਨਰੇਸ਼ਨ ਹੈ ਜਾਂ ਜੈਨਜ਼ੀ ਕਹਿ ਲਓ ਜਿਹਨਾਂ ਤੁਸੀਂ ਡਿਗਰੀਆਂ ਦਿੰਦੇ ਹੋ, ਉਹ ਕਹਿੰਦੇ ਕੀ ਪਿਆ ਖੇਤੀ ਖੁਦੀ ਕਰਕੇ ਕੁਝ ਨਹੀਂ ਹੁੰਦਾ, ਨੌਕਰੀ ਕਰੋ, ਕੁਝ ਹੋਰ ਕਰੋ। ਪਰ ਕੀ ਟੈਕਨੋਲੋਜੀ ਉਸ ਨੌਜਵਾਨ ਨੂੰ ਇੱਕ ਨਵਾਂ ਹੁਲਾਰਾ ਦੇ ਸਕਦੀ ਹੈ ਜੋ ਖੇਤੀ ਤੋਂ ਮੁੱਖ ਮੋੜ ਰਿਹਾ ਹੈ ਕਿ ਨਹੀਂ? ਜੇ ਉਹਦੇ ਕੋਲ 5 ਕਿੱਲੇ ਹੈਗੇ ਹੈ ਤਾਂ AI ਐਂਡ ਟੈਕਨੋਲੋਜੀ ਨੂੰ ਜੋੜ ਕੇ ਉਹ 5 ਕਿੱਲੇ ਦਾ 25 ਕਿੱਲੇ ਦੇ ਬਰਾਬਰ ਵੀ ਈਲਡ ਲੈ ਸਕਦਾ ਹੈ। That's very right, ਬਿਲਕੁਲ ਸਹੀ ਗੱਲ ਹੈ। ਆਈਡੀਆ AI ਦਾ ਇਹੀ ਹੈ ਕਿ how we can increase the productivity ਜੀ, ਸੇਮ ਲੈਂਡ ਵਿੱਚ how we can productivity। ਜਿਹੜਾ ਸਾਡਾ ਯੂਥ ਹੈ ਉਹ ਟੈਕਨੋਲੋਜੀ ਨੂੰ ਜਾਣਦਾ ਹੈ ਜੀ, ਤਾਂ ਉਹ ਖੇਤੀ ਨੂੰ ਐਜ਼ ਅ ਪ੍ਰੋਫੈਸ਼ਨਲ ਐਕਸਪ੍ਰੈਸ਼ਨ ਲੈ ਸਕਦਾ ਹੈ ਕਿ AI ਯੂਜ਼ ਕਰਕੇ ਉਹ ਆਪਣੀ ਪੈਦਾਵਾਰ बढ़ा ਸਕਦਾ ਹੈ, ਉਹ ਆਪਣੇ ਖੇਤ ਨੂੰ ਪੈਦਾਵਾਰ ਦੇ ਸਾਥ ਉਹਦਾ ਖਰਚਾ ਵੀ ਕਮ ਕਰ ਸਕਦਾ ਹੈ। ਕਦੀ ਅਸੀਂ ਫਰਟੀਲਾਈਜ਼ਰ ਯੂਜ਼ ਕਰਦੇ ਹਾਂ, ਸਾਨੂੰ ਫਰਟੀਲਾਈਜ਼ਰ ਦੀ ਜ਼ਰੂਰਤ ਹੀ ਨਹੀਂ ਹੁੰਦੀ, ਅਸੀਂ ਫਿਰ ਵੀ ਛਿੜਕਦੇ ਹਾਂ, ਜਾਂ ਪੈਸਟੀਸਾਈਡ, ਤਾਂ ਉਹਦੇ ਨਾਲ ਪੈਸਾ ਵੀ ਬਚ ਸਕਦਾ ਹੈ ਤੇ ਪ੍ਰੋਡਕਟਿਵਿਟੀ ਵੀ बढ़ेगी। ਤਾਂ ਜਿਹੜਾ ਅਸੀਂ AI ਦਾ ਹੈ, AI is meant for the youth and youth can bring to the farm। जो हमारे खेती से जो हमारे यूथ जा रहे थे उनको AI से जोड़कर हम उसको एग्रीकल्चर और फार्मिंग सेक्टर में ला सकते हैं। और फार्मिंग सेक्टर जो है अभी एक बहुत ओपनिंग है, जो कभी हमने AI और उसको फार्मिंग सेक्टर में इतना यूज़ ही नहीं किया है। हम इसको यूज़ करके अपने यूथ को जोड़ के हम एक एग्री सेक्टर में, जो हम पहले बोलते थे हरित क्रांति आई थी, अब ये हरित क्रांति जो आएगी वो AI क्रांति के साथ आएगी। तो ये पंजाब के लिए अपॉर्चुनिटी है। Being in a Punjab and being IIT Ropar in a Punjab is a good opportunity
दैट जो हम अपने लोकल फार्मर के साथ काम कर सकते हैं, और खाली पंजाब के साथ नहीं, पूरे स्टेट, पूरे ਕੰਟਰੀ के फार्मर के साथ। ਜੋ ਲੋਕ ਖੇਤੀ ਨੂੰ ਨੈਕਸਟ ਲੈਵਲ ਲੈ ਕੇ ਜਾਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਇੰਟਰਸਟ ਹੈਗਾ ਸਿਰਫ ਫਸਲਾਂ ਬੀਜੇ ਖਾਣ ਤੱਕ ਨਹੀਂ, ਉਸ ਤੋਂ ਅੱਗੇ ਦਾ ਇੰਟਰਸਟ ਹੈਗਾ, IIT ਰੋਪੜ ਪੰਜਾਬ ਦੀ ਧਰਤੀ ਤੇ ਬਣਿਆ ਇੱਕ ਵੱਡਾ ਇੰਸਟੀਚਿਊਟ ਜੋ ਭਾਰਤ ਸਰਕਾਰ ਦੇ ਲਈ ਇੱਕ ਗੋ ਟੂ ਸੈਂਟਰ ਹੈਗਾ ਕਿ AI ਔਰ ਐਗਰੀਕਲਚਰ ਜਾਂ ਟੈਕਨੋਲੋਜੀ ਤੋਂ ਗੱਲ ਹੋਏਗੀ ਤੇ IIT ਰੋਪੜ ਦੀ ਗੱਲ ਹੋਏਗੀ। ਫੰਡਿੰਗ ਦੇ ਮਾਮਲੇ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਕਿਸ ਤਰ੍ਹਾਂ ਨੂੰ ਸਪੋਰਟ ਕਰ ਰਹੀ ਹੈ, ਕਿਸ ਤਰ੍ਹਾਂ ਸਟਾਰਟਅਪਸ ਉੱਤੇ ਸ਼ੁਰੂ ਹੋ ਰਹੇ ਆ, ਉਹਦੇ ਬਾਰੇ ਜ਼ਰੂਰ ਦੱਸੋ। ਹੁਣ ਤੁਸੀਂ ਇਹ ਵੇਖੋਗੇ ਗਵਰਨਮੈਂਟ ਦਾ ਫੰਡਿੰਗ AI जो सेंटर है एक्सलेंस फॉर एग्रीकल्चर, तो गवर्नमेंट की फंडिंग है उसमें है 330 करोड़ है, 330 करोड़ है जो तो। और अब ये स्टार्टअप की बात करते हैं, एग्रीकल्चर में स्टार्टअप की बात करते हैं हम। स्टार्टअप की जब बात करते हैं तो हम डीप टेक जो टेक्नोलॉजी ड्रिवन स्टार्टअप की बात कर रहे हैं। जो 30% डीप टेक स्टार्टअप है एग्रीकल्चर के एरिया में, वो पूरे इंडिया का IIT रोपड़ से है। सो वी आर डेवलपिंग न्यू technology in area of agriculture and how we can help the farmer. So 30% जो deep tech startup है वो IIT ਰੋਪੜ में। ਧੰਨਵਾਦ ਸਰ। ਤੇ ਇਹ IIT ਰੋਪੜ ਦੇ ਡਾਇਰੈਕਟਰ ਸਾਹਿਬ ਸੀ ਜੋ ਕਿ ਦੱਸ ਰਹੇ ਸੀ ਕਿ ਸਰਕਾਰ ਦਾ ਵਿਜ਼ਨ ਕੀ ਹੈ, IIT ਰੋਪੜ ਦਾ ਵਿਜ਼ਨ ਕੀ ਹੈ, ਔਰ ਸਭ ਤੋਂ ਵੱਡੀ ਗੱਲ ਟੈਕਨੋਲੋਜੀ ਔਰ ਐਗਰੀਕਲਚਰ ਨੂੰ ਅਸੀਂ ਇੰਟੀਗ੍ਰੇਟ ਕਰਕੇ ਅਸੀਂ ਕਿਵੇਂ ਜਾਵਾਂਗੇ। ਤੇ ਇਸ AI ਇੰਪੈਕਟ ਸਮਿਟ ਦੇ ਵਿੱਚ ਆ ਕੇ ਇੱਕ ਗੱਲ ਤਾਂ ਮੋٹے ਤੌਰ ਤੇ ਪੰਜਾਬ ਦੇ ਉਹਨਾਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਵੀ ਹੈ, ਤੇ ਤੁਸੀਂ ਬਿਲਕੁਲ ਵੀ ਦਿਲ ਅਸੀਂ ਛੋਟਾ ਨਹੀਂ ਕਰਨਾ ਹੈ। ਜਿਹੜੇ ਲੋਕ ਇਹ ਕਹਿੰਦੇ ਆ ਕਿ ਖੇਤੀ 'ਚ ਕੁਝ ਨਹੀਂ ਰੱਖਿਆ, ਖੇਤੀ 'ਚ ਬਹੁਤ ਕੁਝ ਰੱਖਿਆ ਹੈ, ਪਰ ਇੱਕ ਸਹੀ ਅਪਰੋਚ ਔਰ ਸਹੀ ਮਾਈਂਡਸੈਟ ਦੇ ਨਾਲ ਜੇਕਰ ਅਸੀਂ ਅੱਗੇ ਵਧੀਏ ਤੇ AI ਸਿਰਫ ਤੁਹਾਡੇ ਚੈਟ ਕਰਨ ਵਾਸਤੇ ਜਾਂ ਮੋਬਾਈਲਾਂ 'ਤੇ ਚੱਲਣ ਵਾਲਾ ਨਹੀਂ ਹੈ। ਤੁਹਾਡੇ ਖੇਤਾਂ ਦੇ ਵਿੱਚ ਮਿੱਟੀ ਦਾ ਕੀ ਹਾਲ ਹੈ, ਕਿੰਨੀ ਖਾਦ ਪੈਣੀ ਚਾਹੀਦੀ ਹੈ, ਮੌਸਮ ਦਾ ਕੀ ਹਾਲ ਹੈ, ਸਭ ਕੁਝ ਜੇ ਟੈਕਨੋਲੋਜੀ ਮੁਮਕਿਨ ਕਰ ਸਕਦੀ ਹੈ ਤਾਂ ਤੁਹਾਡੀ ਪੈਦਾਵਾਰ ਤਾਂ ਵਧੇਗੀ, ਕਾਸਟ ਜੋ ਹਿਡਨ ਕਾਸਟ ਤੁਹਾਡਾ ਹੈਗਾ ਉਹ ਕਾਸਟ ਨੂੰ ਬੇਹੱਦ ਘੱਟ ਕਰ ਸਕਦੀ ਹੈ। ਇਸ ਕਰਕੇ 1 ਕਿੱਲਾ ਤੁਹਾਡੇ ਕੋਲ ਹੈ, 2 ਕਿੱਲੇ ਨੇ, 5 ਕਿੱਲੇ ਨੇ, 10 ਕਿੱਲੇ ਨੇ, ਤੁਸੀਂ ਇੱਕ ਚੰਗੀ ਨੌਕਰੀ ਦੇ ਬਰਾਬਰ ਖੇਤੀ ਕਰ ਸਕਦੇ ਹੋ, ਚੰਗਾ ਪੈਸਾ ਕਮਾ ਸਕਦੇ ਹੋ। ਧੰਨਵਾਦ।